ਅੱਜ ਐਡਾ ਵੱਡਾ ਪੰਜਾਬ ਦਾ এনवायरमेंटल क्राइसिस आ, ਸਾਨੂੰ फर्क ही नहीं पै रहा। ਅਸੀਂ ਉਹਨੂੰ ਸੰਬੋਧਨ, ਉਹਨੂੰ ਐਡਰੈਸ ਹੀ ਨਹੀਂ ਕਰ ਰਹੇ। ਜਿਹੜੇ ਕਰ ਰਹੇ ਆ ਉਹਨਾਂ ਦੀ ਗੱਲ ਨਹੀਂ ਸੁਣ ਰਹੇ। ਐਂ ਲੱਗਦਾ ਵੀ ਯਾਰ ਇਹ ਤਾਂ ਸਿਆਣੀਆਂ ਹੀ ਗੱਲਾਂ ਕਰੀ ਜਾਂਦੇ, ਕਿਉਂਕਿ ਉਹਨਾਂ ਨੇ ਜਿਹੜਾ ਨੇਸ਼ਨ ਬਿਲਡਿੰਗ ਦਾ ਇੱਕ ਕਨਸੈਪਟ ਲੈ ਕੇ ਉਹ ਚੱਲ ਰਹੇ ਆ, ਉਹਦੇ ਚ ਜਦੋਂ ਤੱਕ ਤੁਹਾਡੇ ਤੇ ਗਲਬਾ ਪਾ ਕੇ ਨਹੀਂ ਰੱਖਣਗੇ, ਤੁਹਾਨੂੰ ਗੁਲਾਮ ਬਣਾ ਕੇ ਨਹੀਂ ਰੱਖਣਗੇ, ਤੁਸੀਂ ਜੇ ਨਹੀਂ ਗੁਲਾਮ ਬਣੇ ਤਾਂ ਆਪਦੇ ਹੱਕਾਂ ਲਈ ਲੜੋਗੇ, ਆਪਦੀ ਆਵਾਜ਼ ਬੁਲੰਦ ਕਰੋਗੇ, ਕੋਈ ਡਰ ਹੀ ਨਹੀਂ ਹੈ ਨਾ। ਪਰ ਜਦੋਂ ਬੈਂਕ ਦੇ ਪੈਸੇ ਦੇਣੇ ਹੋਣ, ਕਿਸੇ ਹੋਰ ਦੇ ਦੇਣੇ ਹੋਣ, ਬੰਦਾ ਪਹਿਲਾਂ ਪ੍ਰਾਇੋਰਟੀ ਕੀ ਰੱਖਦਾ ਵੀ ਯਾਰ ਆਹ ਲਾਓ ਗਲੋਂ ਕਿਰਾ, ਉਹ ਗਲੋਂ ਲੈਂਦੇ ਹੀ ਨਹੀਂ। ਯੂਨਿਟਰੀ ਗਵਰਨਮੈਂਟ ਆ ਜਿਹੜੀ ਇੱਕ ਥਾਂ ਤੋਂ, ਇੱਕ ਅਥਾਰਟੇਰੀਅਨ, ਇੱਕ ਸੈਂਟਰਲਾਈਜ਼ ਸਿਸਟਮ ਤੋਂ ਚੱਲਣ ਵਾਲੀ ਸਰਕਾਰ, ਜਿਨ੍ਹਾਂ ਨੇ ਪਾਵਰ ਨੂੰ ਇੰਨਾ ਕੇਂਦਰਿਤ ਕਰ ਲਿਆ। ਜਿਵੇਂ ਦਿੱਲੀ ਆ, ਸਾਰੀ ਪਾਵਰ ਹੀ ਉੱਥੇ ਵਸਦੀ ਆ। ਉਹਨੂੰ ਸੈਂਟਰਲਾਈਜ਼ ਕਰਨ ਤੋਂ ਬਾਅਦ ਉੱਥੇ 2-3 ਬੰਦੇ ਹੀ ਹੁੰਦੇ ਆ ਜਿਹੜੇ ਹੁਕਮ ਜਾਰੀ ਕਰਦੇ ਆ, ਅੱਜ ਜਿਵੇਂ ਮੋਦੀ ਤੇ ਅਮਿਤ ਸ਼ਾਹ। ਸੋ ਸਾਡਾ ਦਰਦ ਮੋਦੀ ਤੇ ਅਮਿਤ ਸ਼ਾਹ ਨਹੀਂ ਰਹੇ, ਇਹ ਸਿਸਟਮ ਆ ਸਾਡਾ। ਉਸੇ ਸਿਸਟਮ ਨੇ ਸਾਨੂੰ ਇੱਕ ਖੇਤੀਬਾੜੀ ਮਾਡਲ ਦਿੱਤਾ ਜਿਹੜਾ ਲਾਗੂ ਕਰਤਾ। ਉਹਨਾਂ ਕੋਲੇ ਪਾਵਰ ਵੀ ਆ, ਉਹਨਾਂ ਕੋਲੇ ਰਿਸੋਰਸਿਸ ਵੀ ਆ, ਤੇ ਸਾਡੇ ਤੇ ਥੋਪਤਾ। ਸਾਡੇ ਲੋਕਾਂ ਨੇ ਉਹਨੂੰ ਗ੍ਰਹਿਣ ਕਰਕੇ ਤੇ ਉਹਦੇ ਤੇ ਹੀ ਮੁੜ ਕੇ ਆਪਾਂ ਕਰੀਏ। ਸੋ ਇਹ ਕ੍ਰੈਡਿਟ ਇਕਨੋਮੀ ਸਿਸਟਮ ਜਿਹੜਾ, ਇਹ ਪੰਜਾਬ ਨੂੰ ਸੂਟ ਨਹੀਂ ਕਰਦਾ, ਪਰ ਦਿੱਲੀ ਨੂੰ ਸੂਟ ਕਰਦਾ। ਜੇ ਅੱਜ ਪੰਜਾਬ 'ਚ ਐਡਾ ਵੱਡਾ ਵਿਦਰੋਹ ਪੈਦਾ ਹੋ ਗਿਆ, ਤੇ ਪੰਜਾਬ ਦੇ ਵਿਦਰੋਹ ਦੀ ਵੀ ਅਹਿਮੀਅਤ ਨਹੀਂ ਆ ਦਿੱਲੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਸਿਰ ਜੋੜ ਕੇ ਬੈਠੇ ਆ, ਗੱਲਾਂ ਬਾਤਾਂ ਕਰਨ ਲਈ ਬੈਠੇ ਆ। ਸੋ ਇਹਦੇ 'ਚ ਗੱਲਬਾਤ ਹੋਣੀ ਚਾਹੀਦੀ, ਆਦਾਨ ਪ੍ਰਦਾਨ ਹੋਣਾ ਚਾਹੀਦਾ। ਤਾਂ ਮੋਸਟਲੀ ਮੈਂ ਕਿਤੇ ਵੀ ਜਾ ਕੇ ਕੋਈ ਗੱਲ ਕਰਦਾ ਸੋਚ ਕੇ ਨਹੀਂ ਆਉਂਦਾ ਹੁੰਦਾ। ਪਰਮਾਤਮਾ ਵੱਲੋਂ ਉਦੋਂ ਹੀ ਉਹਨਾਂ ਦਾ ਨਾਂ ਲੈ ਕੇ ਸ਼ੁਰੂ ਕਰ ਲਈਦੀ ਆ ਗੱਲ, ਤੇ ਆਪੇ ਹੀ ਫੁਰਨੇ ਫੁਰਦੇ ਆ, ਫਿਰ ਉਹ ਗੱਲ ਦੇ ਨਾਲ ਗੱਲ ਜੁੜੀ ਜਾਂਦੀ ਆ। ਹੁਣ ਮੈਂ ਬੈਠਾ ਗੱਲ ਜੋ ਸੋਚ ਰਿਹਾ ਸੀ ਵੀ ਸਾਡੀਆਂ ਸ਼ਖਸੀਅਤਾਂ ਸਾਰੇ ਸਤਿਕਾਰਯੋਗ ਆ, ਸਾਰਿਆਂ ਨੇ ਗੱਲਾਂ ਬਾਤਾਂ ਕੀਤੀਆਂ, ਪਰ ਜਦੋਂ ਬਾਡੀ ਲੈਂਗੁਏਜ ਦੇਖਦਾ ਮੈਂ, ਜਿਹੜੇ ਸੁਣ ਰਹੇ ਹੁੰਦੇ ਆ, ਕਿਤੇ ਨਾ ਕਿਤੇ ਕਨੈਕਟ ਮਿਸਿੰਗ ਹੁੰਦਾ। ਉਹ ਕਨੈਕਟ ਕਿੱਥੇ ਮਿਸਿੰਗ ਆ, ਬਹੁਤ ਵੱਡਾ ਚਿੰਤਾ ਦਾ ਵਿਸ਼ਾ ਇਹ। ਕਿਉਂਕਿ ਇਹਦਾ ਮਤਲਬ ਸਾਡਾ ਜਿਹੜਾ ਨੈਰੇਟਿਵ ਆ, ਬ੍ਰਿਤਾਂਤ ਅਸੀਂ ਰਚ ਰਹੇ ਆ, ਜਾਂ ਜਿਹੜੀ ਇੱਕ ਆਪਦੀ ਕਹਾਣੀ ਦੱਸ ਰਹੇ ਆ, ਸੋਚ ਪੈਦਾ ਕਰ ਰਹੇ ਆ, ਕਿਤੇ ਨਾ ਕਿਤੇ ਕਨੈਕਟ ਮਿਸਿੰਗ ਆ। ਔਰ ਜਦੋਂ ਤੱਕ ਉਹ ਕਨੈਕਟ ਨਹੀਂ ਬਣੂਗਾ, ਉਦੋਂ ਤੱਕ ਗੱਲ ਨਹੀਂ ਬਣ ਸਕਦੀ, ਕਿਉਂਕਿ ਉਹ ਦਿਲਾਂ 'ਚ ਜਾਣੀ ਚਾਹੀਦੀ ਆ ਗੱਲ, ਅੰਦਰ ਰੂਹ 'ਚ ਵੱਜਣੀ ਚਾਹੀਦੀ ਆ ਗੱਲ ਜਾ ਕੇ। ਸੋ ਜਾਂ ਤਾਂ ਫਿਰ ਬੋਲਣ ਵਾਲੇ, ਅਸੀਂ ਜੋ ਬੋਲਣ ਵਾਲੇ ਆ, ਉਹ ਕੁਛ ਉਸ ਗੱਲ ਨੂੰ ਸਮਝ ਨਹੀਂ ਪਾ ਰਹੇ ਜਿਹੜੀ ਲੋਕਾਂ ਦੇ ਜਾ ਕੇ ਮਨਾਂ 'ਚ ਵੱਜੇ, ਜਾਂ ਸਾਨੂੰ ਆਪਦੀ ਹੋ ਸਕਦਾ ਜਿਹੜੀ ਭਾਸ਼ਾ ਜਾਂ ਚੋਇਸ ਆਫ ਵਰਡਸ ਆ, ਉਹਨੂੰ ਚੇਂਜ ਕਰਨਾ ਪੈਣਾ। ਗੱਲ ਦੇ ਅਰਥ ਉਹੀ, ਹੁਣ ਭਾਸ਼ਾ ਬਦਲਣੀ ਪੈਣੀ ਆ। ਹੋ ਸਕਦਾ ਜਿਹੜੇ ਸੁਣਨ ਵਾਲੇ ਆ ਉਹਨਾਂ ਦਾ ਬੌਧਿਕ ਪੱਧਰ ਕਿੱਥੋਂ ਤੱਕ ਡਿਵੈਲਪਡ ਆ, ਕਿਉਂਕਿ ਇਹ ਵੀ ਇੱਕ ਪ੍ਰੋਸੈਸ ਹੁੰਦਾ, ਇੱਕ ਪ੍ਰਕਿਰਿਆ ਹੁੰਦੀ ਆ। ਪਰ ਫਿਰ ਜਿਹੜੇ ਬੰਦੇ ਨੇ ਆ ਕੇ ਗੱਲ ਕਰਨੀ ਆ, ਬੁਲਾਰਾ, ਉਹਦੇ 'ਚ ਐਡੀ क्षमता, ਉਹਦੇ 'ਚ ਐਡੀ ਕੈਪੈਸਿਟੀ ਹੋਣੀ ਚਾਹੀਦੀ ਆ ਵੀ ਉਹ ਇੱਕ ਵਾਰੀ ਤਾਂ ਕੀਲ ਕੇ ਰੱਖ ਦੇ, ਬੰਦੇ ਐਨ ਜੁੜ ਜਾਣ ਨਾਲ ਵੀ ਗੱਲ ਸੁਣੀਏ ਯਾਰ, ਗੱਲ ਕੀ ਹੋ ਰਹੀ ਆ, ਇੱਥੇ ਤੱਕ ਗੱਲ ਜਾਣੀ ਚਾਹੀਦੀ ਆ। ਫਿਰ ਕੀਲ ਕੇ ਰੱਖ ਉਹਨਾਂ ਤੇ, ਕੋਈ ਉਹਦਾ ਇੰਪੈਕਟ ਕੀ ਹੋ ਰਿਹਾ, ਅਸਰ ਕੀ ਹੋ ਰਿਹਾ, ਬਹੁਤ ਜ਼ਰੂਰੀ ਆ। ਸੋ ਜੇ ਅੱਜ ਤੱਕ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਦੀਆਂ ਅਸੀਂ ਸਪੀਚਸ ਸੁਣਦੇ ਆ, ਉਹਨਾਂ 'ਚੋਂ ਸਮਰੱਥਾ ਸੀ। ਅਸੀਂ ਗੁਰਮਤ ਦੀ ਗੱਲ ਕਰਦੇ ਆ, ਜਾਂ ਸਿੱਖੀ ਦੀ ਗੱਲ ਕਰਦੇ ਆ, ਜਾਂ ਇਨਸਾਨੀਅਤ ਦੀ ਗੱਲ ਕਰਦੇ ਆ, ਉਹ ਬੁਲਾਰੇ 'ਚ, ਉਹ ਸ਼ਖਸੀਅਤ 'ਚ ਉਹ ਸਮਰੱਥਾ ਸੀ। ਤਾਂ ਹੀ ਜਿਉਂ-ਜਿਉਂ ਅੱਜ ਇੰਡੀਅਨ ਸਟੇਟ ਦੀ ਅਸੀਂ ਜਿਹੜੀ ਗੁਲਾਮੀ ਕਰ ਰਹੇ ਹਾਂ, ਉਹਦੇ ਆਵਾਜ਼ ਬੁਲੰਦ ਕਰ ਰਹੇ ਹਾਂ ਅਗੇਂਸਟ, ਤਾਂ ਉਹਨਾਂ ਸ਼ਖਸੀਅਤਾਂ ਦੀ, ਉਹਨਾਂ ਰੂਹਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਪਹਿਲਾਂ ਆਵਾਜ਼ ਬੁਲੰਦ ਕੀਤੀ ਸੀ, ਕਿਉਂਕਿ ਅਸੀਂ ਉਹਨਾਂ ਤੋਂ ਪ੍ਰੇਰਨਾ ਤੇ ਸੇਧ ਲੈ ਰਹੇ ਹਾਂ।
ਔਰ ਇਹ ਹੁੰਦੀ ਰਹੂਗੀ। ਇਹ ਮੱਲੋ ਜੋਰੀ ਹੁੰਦੀ ਹੈ, ਇੱਥੇ ਰੋਕਿਆ ਹੀ ਨਹੀਂ ਜਾ ਸਕਦਾ ਆਪਦੇ ਆਪ ਨੂੰ। ਸੋ ਗੱਲ ਆਪਾਂ ਜਿਹੜੀ ਅੱਜ ਕਰ ਰਹੇ ਹਾਂ, ਜਿੱਥੇ ਮੈਂ ਆ ਰਿਹਾ ਵਾਪਸ ਗੱਲ ਤੇ, ਸਾਡੇ ਕੋਲੇ ਕਨੈਕਟ ਪੈਦਾ ਕਰਨ ਦਾ ਜਿਹੜਾ ਇੱਕ ਜ਼ਰੀਆ ਸਾਨੂੰ ਉਹ ਲੱਭਣਾ ਚਾਹੀਦਾ। ਹੋ ਸਕਦਾ ਦੋਨਾਂ ਨੂੰ ਲੱਭਣਾ ਚਾਹੀਦਾ, ਹੋ ਸਕਦਾ ਸਾਨੂੰ ਬੋਲਣ ਵਾਲਿਆਂ ਨੂੰ ਲੱਭਣਾ ਚਾਹੀਦਾ, ਸਾਨੂੰ ਆਪਦੇ ਆਪ ਤੇ ਵੀ ਕੰਮ ਕਰਨਾ ਚਾਹੀਦਾ। ਪਰ ਐਨੀਵੇਜ਼ ਅੱਗੇ ਆਪਾਂ ਇਹਨੂੰ ਵਧਾਉਣੇ ਆ। ਪੰਜਾਬ ਸੈਂਟਰਲ ਖੇਤੀਬਾੜੀ ਮਾਡਲ ਦੀ ਗੱਲ ਕਰ ਰਹੇ ਹਾਂ ਅਸੀਂ, ਕਿਉਂਕਿ ਡਿਸਕਸ਼ਨ ਹੀ ਉਸ ਮੁੱਦੇ ਤੇ ਰੱਖੀ ਗਈ ਸੀ, ਇਸ ਵਿਸ਼ੇ ਤੇ ਰੱਖੀ ਗਈ ਸੀ ਵੀ ਪੰਜਾਬ ਦਾ ਜਿਹੜਾ ਖੇਤੀਬਾੜੀ ਮਾਡਲ ਆ ਉਹ ਫੇਲ ਹੋ ਚੁੱਕਿਆ। ਉਹ ਫੇਲ ਕਿਉਂ ਹੋ ਚੁੱਕਿਆ? ਕਿਉਂਕਿ ਉਹ ਸਾਡਾ ਖੇਤੀਬਾੜੀ ਮਾਡਲ ਹੈ ਹੀ ਨਹੀਂ ਸੀ। ਜਿਹੜਾ ਪੰਜਾਬ 'ਚ ਲਾਗੂ ਹੋਇਆ ਉਹ ਕਿਸੇ ਦਿੱਲੀ 'ਚ ਬੈਠੇ, ਪਾਰਲੀਮੈਂਟ 'ਚ ਬੈਠੇ ਉਹ ਨੁਮਾਇੰਦੇ ਜਿਹੜੇ ਕਿਸੇ ਬਿਹਾਰ ਤੋਂ ਚੁਣੇ ਗਏ ਆ, ਯੂਪੀ ਤੋਂ ਚੁਣੇ ਗਏ ਆ, ਜਾਂ ਸੈਂਟਰਲ ਇੰਡੀਆ ਦੀ ਨੁਮਾਇੰਦਗੀ ਕਰਦੇ ਆ, ਤੇ ਉਹ ਪੰਜਾਬ ਨੂੰ ਇੱਕ ਖੇਤੀਬਾੜੀ ਮਾਡਲ ਦੇ ਦਿੰਦੇ ਆ ਤੇ ਅਸੀਂ ਦੇਸ਼ ਲਈ ਅੰਨ ਪੈਦਾ ਕਰਨਾ ਸੀ, ਅਸੀਂ ਉਸ ਮਾਡਲ ਦੇ ਉੱਤੇ ਖੇਤੀ ਕਰਨ ਲੱਗ ਗਏ। ਸੋ ਜੇ ਉਹ ਪੰਜਾਬ ਦਾ ਖੇਤੀਬਾੜੀ ਮਾਡਲ ਨਹੀਂ ਆ, ਫਿਰ ਗੱਲ ਕਿੱਥੇ ਪਈ ਆ? ਗੱਲ ਆ ਸੈਂਸ ਆਫ ਬਿਲੋਂਗਿੰਗ ਦੀ। ਉਹ ਜੁੜੇ ਕਿੰਨੇ ਕਾਬ ਦੀ ਧਰਤੀ ਨਾਲ, ਜਿੰਨੇ ਅਸੀਂ ਜੁੜ ਸਕਦੇ ਹਾਂ ਇੱਥੇ ਬੈਠੇ ਹੋਏ ਲੋਕ, ਉਹ ਉਹਨੇ ਕਦੇ ਵੀ ਉਹਨਾਂ ਦੀ ਉਹ ਸੈਂਸ ਆਫ ਬਿਲੋਂਗਿੰਗ ਨਹੀਂ ਆ ਸਕਦੀ। ਆਪਦੇ ਪਿੰਡਾਂ ਦੇ ਨਾਲ ਆਪਾਂ ਜਿੰਨੇ ਜੁੜੇ ਹੁੰਦੇ ਆ ਵੀ ਮੇਰਾ ਫਲਾਨਾ ਪਿੰਡ ਆ ਯਾਰ, ਨਾਲ ਦੇ ਪਿੰਡ ਨਾਲ ਨਹੀਂ ਸੈਂਸ ਆਫ ਬਿਲੋਂਗਿੰਗ ਹੁੰਦੀ। ਤੇ ਕੋਈ ਬੰਗਾਲ 'ਚ ਬੈਠਾ ਖੇਤੀਬਾੜੀ ਮੰਤਰੀ ਬਣ ਜਾਊਗਾ, ਕੋਈ ਮਹਾਰਾਸ਼ਟਰ 'ਚ ਬੈਠਾ ਖੇਤੀਬਾੜੀ ਮੰਤਰੀ ਬਣ ਜਾਊਗਾ, ਕੋਈ ਯੂਪੀ ਦਾ ਖੇਤੀਬਾੜੀ ਮੰਤਰੀ ਬਣ ਜਾਊਗਾ। ਉਹਨੂੰ ਪੰਜਾਬ ਦੀ ਧਰਤੀ ਦੀ, ਪੰਜਾਬ ਦੇ এনवायरमेंटल ਇਕੋਲੋਜੀਕਲ ਜਿਹੜੀ ਲਿਟਰੇਸੀ ਜਿਹਨੂੰ ਕਹਿੰਦੇ ਆ, ਜਾਂ ਪੰਜਾਬ ਦੇ ਇੱਥੋਂ ਦੇ ਕਲਚਰ ਦੀ ਉਹ ਸਮਝ ਕਦੇ ਵੀ ਨਹੀਂ ਆ ਸਕਦੀ। ਸੋ ਜਦੋਂ ਤੱਕ ਸੈਂਸ ਆਫ ਬਿਲੋਂਗਿੰਗ ਨਹੀਂ ਹੈ ਨਾ, ਉਦੋਂ ਤੱਕ ਉਸ ਖਿੱਤੇ ਦੇ ਲੋਕਾਂ ਨੂੰ ਕੋਈ ਪੂਰਨ ਤੌਰ ਤੇ ਨਿਆਂ ਦੇ ਜੇ, ਜਾਂ ਪੂਰਨ ਤੌਰ ਤੇ ਉਸ ਖਿੱਤੇ ਦੇ ਲੋਕਾਂ ਦੇ ਲਈ ਸਾਰਥਿਕ ਕਾਨੂੰਨ ਪੈਦਾ ਕਰ ਜੇ, ਇਹ ਹੋ ਹੀ ਨਹੀਂ ਸਕਦਾ। ਇਕੱਲਾ ਪੰਜਾਬ ਨਹੀਂ ਇਸ ਗੱਲ ਦਾ ਦਰਦ ਮਹਿਸੂਸ ਕਰ ਰਿਹਾ, ਵਰਲਡ ਓਵਰ ਮਾਡਰਨ ਸਿਵਲਾਈਜੇਸ਼ਨ ਇਸ ਗੱਲ ਦਾ ਦਰਦ ਮਹਿਸੂਸ ਕਰ ਰਹੀ ਹੈ। ਜਿੱਥੇ ਜਿੱਥੇ ਜਿਹੜੀ ਕੋਈ ਆਰਗੇਨਾਈਜੇਸ਼ਨ ਜਾਂ ਜਿਹੜੇ ਲੋਕ ਅੱਜ ਫੈਡਰਲ ਜਾਂ ਲੋਕਲਾਈਜ਼ਡ ਡਿਵੈਲਪਮੈਂਟ ਦੇ ਖਾਤਰ ਲੜ ਰਹੇ ਆ, ਉਹਨਾਂ ਦਾ ਇਹੀ ਦਰਦ ਆ। ਯੂਨਿਟਰੀ ਗਵਰਨਮੈਂਟ ਆ ਜਿਹੜੀ ਇੱਕ ਥਾਂ ਤੋਂ, ਇੱਕ ਅਥਾਰਟੇਰੀਅਨ, ਇੱਕ ਸੈਂਟਰਲਾਈਜ਼ ਸਿਸਟਮ ਤੋਂ ਚੱਲਣ ਵਾਲੀ ਸਰਕਾਰ, ਜਿਨ੍ਹਾਂ ਨੇ ਪਾਵਰ ਨੂੰ ਇੰਨਾ ਕੇਂਦਰਿਤ ਕਰ ਲਿਆ, ਜਿਵੇਂ ਦਿੱਲੀ ਆ, ਸਾਰੀ ਪਾਵਰ ਹੀ ਉੱਥੇ ਵਸਦੀ ਆ। ਔਰ ਉਹਨੂੰ ਸੈਂਟਰਲਾਈਜ਼ ਕਰਨ ਤੋਂ ਬਾਅਦ ਉੱਥੇ 2-3 ਬੰਦੇ ਹੀ ਹੁੰਦੇ ਆ ਜਿਹੜੇ ਹੁਕਮ ਜਾਰੀ ਕਰਦੇ ਆ, ਅੱਜ ਜਿਵੇਂ ਮੋਦੀ ਤੇ ਅਮਿਤ ਸ਼ਾਹ। ਸੋ ਸਾਡਾ ਦਰਦ ਮੋਦੀ ਤੇ ਅਮਿਤ ਸ਼ਾਹ ਨਹੀਂ ਰਹੇ, ਇਹ ਸਿਸਟਮ ਆ ਸਾਡਾ ਦਰਦ। ਉਸੇ ਸਿਸਟਮ ਨੇ ਸਾਨੂੰ ਇੱਕ ਖੇਤੀਬਾੜੀ ਮਾਡਲ ਦਿੱਤਾ ਜਿਹੜਾ ਲਾਗੂ ਕਰਤਾ। ਉਹਨਾਂ ਕੋਲੇ ਪਾਵਰ ਵੀ ਆ, ਉਹਨਾਂ ਕੋਲੇ ਰਿਸੋਰਸਿਸ ਵੀ ਆ, ਤੇ ਸਾਡੇ ਤੇ ਥੋਪਤਾ। ਸਾਡੇ ਲੋਕਾਂ ਨੇ ਉਹਨੂੰ ਗ੍ਰਹਿਣ ਕਰਕੇ ਤੇ ਉਹਦੇ ਤੇ ਹੀ ਮੁੜ ਕੇ ਆਪਾਂ ਕਰੀ ਗਏ। ਉਹਦੇ 'ਚ ਹੁਣ ਨੁਕਤਾ ਤਾਂ ਇਹੀ ਆ ਨਾ ਵੀ ਉਹਦੇ 'ਚ ਇਕੋਲੋਜੀਕਲ ਲਿਟਰੇਸੀ, ਅੱਜ ਐਡਾ ਵੱਡਾ ਪੰਜਾਬ ਦਾ এনवायरमेंटल ਕ੍ਰਾਈਸਿਸ ਆ, ਸਾਨੂੰ ਫਰਕ ਹੀ ਨਹੀਂ ਪੈ ਰਿਹਾ। ਅਸੀਂ ਉਹਨੂੰ ਸੰਬੋਧਨ, ਉਹਨੂੰ ਐਡਰੈਸ ਹੀ ਨਹੀਂ ਕਰ ਰਹੇ। ਜਿਹੜੇ ਕਰ ਰਹੇ ਆ ਉਹਨਾਂ ਦੀ ਗੱਲ ਨਹੀਂ ਸੁਣ ਰਹੇ। ਐਂ ਲੱਗਦਾ ਵੀ ਯਾਰ ਇਹ ਤਾਂ ਸਿਆਣੀਆਂ ਹੀ ਗੱਲਾਂ ਕਰੀ ਜਾਂਦੇ ਆ। ਸਾਡੇ 'ਚ ਇਨਸੈਂਸਿਟਿਵਿਟੀ ਇੰਨੀ ਆ ਗਈ ਆਪਦੀ ਧਰਤੀ, ਆਪਦੇ ਪੌਣ ਪਾਣੀ ਜਾਂ ਆਪਦੇ ਕਲਚਰ, ਆਪਦੇ ਲੋਕਾਂ ਪ੍ਰਤੀ, ਵੀ ਯਾਰ ਕੋਈ ਫਰਕ ਨਹੀਂ ਪੈਂਦਾ, ਛੱਡੋ ਪਰਾਂ, ਇੰਨਾ ਹੋਇਆ ਤਾਂ ਕੁਛ ਹੈ ਨਹੀਂ। ਸੋ ਇਕੋਲੋਜੀਕਲ ਲਿਟਰੇਸੀ, এনवायरमेंटल ਕ੍ਰਾਈਸਿਸ, ਕਲਚਰ, ਇਹ ਚੀਜ਼ਾਂ ਦੇ ਨਾਲ ਹੀ ਉਹ ਖਿੱਤੇ ਵਸਦੇ ਆ। ਇੱਥੋਂ ਦੀ ਇੱਕ ਸਿਵਲਾਈਜੇਸ਼ਨ, ਜਿਹੜੀ ਸਿਵਲਾਈਜੇਸ਼ਨ ਘੜੀ ਗਈ ਆ ਸਾਲਾਂ ਬੱਧੀ, ਇੱਕ ਪ੍ਰੋਸੈਸ ਚੋਂ ਨਿਕਲ ਕੇ ਆਪਾਂ ਇੱਕ ਸਿਵਲਾਈਜੇਸ਼ਨ ਬਣਾਈ ਹੈ ਇਸ ਖਿੱਤੇ ਦੀ, ਜਿਹਦੇ 'ਚ ਸਾਡੇ ਗੁਰੂਆਂ ਦਾ ਬਹੁਤ ਵੱਡਾ ਯੋਗਦਾਨ ਆ। ਇਹਦੇ ਤੋਂ ਤਾਂ ਮੁਨਕਰ ਨਹੀਂ ਹੋ ਸਕਦੇ ਅਸੀਂ। ਪਰ ਹੁਣ ਇਹ ਗੱਲ ਕਹਿਣੀ ਕਿਵੇਂ ਆ, ਇੱਥੇ ਮੈਨੂੰ ਲੱਗਦਾ ਅਸੀਂ ਖਤਾ ਖਾ ਜਾਂਦੇ ਆ। ਔਰ ਪੰਜਾਬ ਨੂੰ ਜੇ ਆਪਾਂ ਮਾਡਰਨ ਢੰਗ ਨਾਲ ਵੀ ਆਪਾਂ ਸੰਬੋਧਨ ਕਰਨਾ ਹੋਵੇ ਤਾਂ ਪੰਜਾਬ ਨੂੰ ਜਾਂ ਕਿਸੇ ਵੀ ਖਿੱਤੇ ਨੂੰ ਜਿਹੜਾ ਅੱਜ ਫੈਡਰਲ ਢਾਂਚੇ ਲਈ ਲੜ ਰਿਹਾ,
ਡੀਸੈਂਟਰਲਾਈਜੇਸ਼ਨ ਆਫ ਪਾਵਰ ਲਈ ਲੜ ਰਿਹਾ, ਉਹਨੂੰ ਆਈਸੋਲੇਸ਼ਨ 'ਚ ਰੱਖਣਾ ਪਊਗਾ। ਉਸ ਖਿੱਤੇ ਨੂੰ ਆਈਸੋਲੇਸ਼ਨ 'ਚ ਰਹਿ ਕੇ ਆਪਦੇ ਕਲਚਰਲ, ਆਪਦੇ ਇਕਨੋਮਿਕ ਤੇ ਆਪਦੇ ਆਈਡੀਓਲੋਜੀਕਲ ਇਹ ਜਿਹੜੀ ਇੱਕ ਸਿਸਟਮ ਨੂੰ ਸੰਬੋਧਨ ਕਰਨਾ ਪਊਗਾ। ਫॉर एग्जाम्पल ਅੱਜ ਇੰਡੀਅਨ ਸਟੇਟ ਜਾਂ ਭਾਰਤੀ ਹਕੂਮਤ ਦੀ ਆਪਾਂ ਇਕਨੋਮੀ ਨੂੰ ਦੇਖ ਲਈਏ, ਕਿਉਂਕਿ ਪਹਿਲੀ ਵਾਰ ਉਹ ਪਹਿਲੀ ਮਾਰ ਦੁਨੀਆ 'ਚ ਇਸ ਮਾਡਰਨ ਵਰਲਡ 'ਚ ਇਕਨੋਮੀ ਤੇ ਮਾਰਦੇ ਆ ਵੀ ਪਹਿਲਾਂ ਇਹਨਾਂ ਦੀਆਂ ਜੇਬਾਂ ਨੂੰ ਆਪਦੇ ਕੰਟਰੋਲ 'ਚ ਕਰੋ, ਉਦੋਂ ਬਾਅਦ ਅਗਲੀ ਗੱਲ ਦੇਖਾਂਗੇ, ਕਿਉਂਕਿ ਉਹਦੇ ਨਾਲ 70-80% ਕਲਚਰ ਵੀ ਇਹਨਾਂ ਕੋਲੇ ਆ ਜਾਂਦਾ ਤੇ ਆਈਡੀਓਲੋਜੀ ਵੀ ਆ ਜਾਂਦੀ ਹੈ, ਕਿਉਂਕਿ ਮਟੀਰੀਅਲਿਜ਼ਮ ਦਾ ਜ਼ਮਾਨਾ, ਪਦਾਰਥਵਾਦ ਦਾ ਜ਼ਮਾਨਾ। ਹੁਣੇ ਸਰਦਾਰ ਮਨਧੀਰ ਸਿੰਘ ਨੇ ਬੜੀ ਵਧੀਆ ਗੱਲ ਪਦਾਰਥਵਾਦ ਤੇ ਸਾਨੂੰ ਸਮਝਾਈ। ਸੋ ਗੱਲ ਪਦਾਰਥਵਾਦ ਕਦੇ ਵੀ ਸਿੱਖਾਂ ਨੇ ਤਿਆਗਿਆ ਨਹੀਂ ਜਾਂ ਖੰਡਨ ਨਹੀਂ ਕੀਤਾ, ਪਰ ਅਸੀਂ ਗੁਲਾਮ ਨਹੀਂ ਹੋਏ ਸੀ ਕਦੇ ਪਦਾਰਥਵਾਦ ਤੇ। ਅਸੀਂ ਮਿਹਨਤ ਕਰਨ ਵਾਲੀ ਕੌਮ ਆ। ਚੰਗੇ ਕੱਪੜੇ ਜੇ ਅਸੀਂ ਮਿਹਨਤ ਕਰਕੇ ਪੈਸੇ ਕਮਾਵਾਂਗੇ, ਕੱਪੜੇ ਪਾ ਲਾਂਗੇ, ਖਾ ਲਾਂਗੇ, ਪਰ ਸਾਡੇ 'ਚ ਸਬਰ ਸੰਤੋਖ ਨਹੀਂ ਰਿਹਾ। ਸੋ ਕੈਰੈਕਟਰ ਇਰੋਜਨ ਹੋ ਗਈ, ਜਿਹਦੇ ਨਾਲ ਪਦਾਰਥਵਾਦ ਏਡਾ ਵੱਡਾ ਸਾਡੇ ਤੇ ਹਾਵੀ ਹੋ ਗਿਆ। ਕਿਰਦਾਰ ਜਿਹੜੇ ਘੜੇ ਸੀ ਗੁਰੂਆਂ ਨੇ, ਉਹ ਕਿਰਦਾਰ ਡਿੱਗ ਪਏ, ਜਾਂ ਇਸ ਖਿੱਤੇ ਦੇ ਇੱਕ ਸਿਵਲਾਈਜੇਸ਼ਨ ਨੇ ਕਿਰਦਾਰ ਘੜੇ ਸੀ। ਬਾਈਨਰੀਜ਼ ਕ੍ਰੀਏਟ ਕਰਕੇ ਬਹਿ ਗਏ, ਕੋਈ ਹਿੰਦੂ ਬਣਿਆ ਫਿਰਦਾ, ਮੁਸਲਮਾਨ ਬਣਿਆ ਫਿਰਦਾ, ਅਸੀਂ ਸਿੱਖ ਬਣੇ ਫਿਰਦੇ ਆ। ਉਹ ਬਣਨ ਲੱਗ ਗਏ। ਜਦੋਂ ਜਿਹੜਾ ਬਣਦਾ ਦੁਨੀਆ 'ਚ ਨਾ, ਉਹਨੂੰ ਮਾਰ ਪੈਂਦੀ ਆ, ਫਿਰ ਉਹਨੂੰ ਪ੍ਰਮਾਤਮਾ ਦੀ ਮਾਰ ਪੈਂਦੀ ਹੈ। ਜਦੋਂ ਕੁਝ ਬਣਦੇ ਹੋ ਉਦੋਂ ਹੀ ਮਾਰ ਪੈਂਦੀ ਹੈ। ਸੋ ਉੱਥੇ ਹਉਮੈ ਪਈ ਆ ਬਣਨ 'ਚ। ਹੁਣ ਗੱਲ ਜਿਹੜੀ ਕਰ ਰਹੇ ਸੀ, ਫॉर एग्जाम्पल ਇੰਡੀਅਨ ਸਟੇਟ ਦੇਖੋ ਤੁਸੀਂ, ਇਕਨੋਮੀ ਵਾਈਜ਼ ਕਿਵੇਂ ਫੜਦੇ ਆ ਸਾਨੂੰ। ਅੱਜ ਪ੍ਰਤੱਖ ਐਗਜ਼ਾਮਪਲ ਲੈਨੇ ਆ ਅੱਜ ਦੀ। GDP ਇਸ ਦੇਸ਼ ਦੀ -23% ਤੇ ਫਿਰਦੀ ਆ, ਆਲ ਟਾਈਮ ਲੋ। ਤੇ ਅੱਜ ਵੀ NSE ਤੇ BSE ਜਿਹੜੀ ਸਟਾਕ ਐਕਸਚੇਂਜ ਆ, ਉਹ ਆਲ ਟਾਈਮ ਹਾਈ ਫਿਰਦੀ ਆ। ਬੜਾ ਹੀ ਇੱਕ ਪੈਕਿਊਲੀਅਰ ਜੀ ਸਿਚੁਏਸ਼ਨ ਆ ਇਹ, ਆਲ ਟਾਈਮ ਹਾਈ ਫਿਰਦੀ ਆ। ਕਿਉਂ? ਕਿਉਂਕਿ ਗਵਰਨਮੈਂਟ ਜਿਹੜੇ ਉਹ ਇਨਵੈਸਟਰਸ ਆ, ਜਿਨ੍ਹਾਂ ਨੇ ਇਨਵੈਸਟ ਕੀਤਾ ਹੋਇਆ ਆ, ਜਿਹੜੀਆਂ ਕੰਪਨੀਆਂ, ਉਹਨਾਂ ਨੂੰ ਕਹਿ ਰਹੀ ਤੁਸੀਂ ਆਪਣੀ ਇਨਵੈਸਟਮੈਂਟ ਨਾ ਖਿੱਚੋ ਸ਼ੇਅਰ ਮਾਰਕੀਟ ਚੋਂ, ਅਸੀਂ ਪੈਸਾ ਫੰਡ ਕਰਾਉਣੇ ਆ, ਲੋਕਾਂ ਨੂੰ ਇਨਵੈਸਟ ਕਰਾਉਣੇ ਆ। ਕਿਵੇਂ ਕਰਾਉਣਗੇ? ਇਹਨਾਂ ਨੇ ਹੁਣ ਲੈਂਡਿੰਗ ਰੇਟਸ ਆ ਜਿਹੜੇ, ਉਹ ਹੋਰ ਸਿੱਟ ਦੇਣੇ ਆ ਆਉਣ ਵਾਲੇ ਟਾਈਮ 'ਚ। ਫਿਕਸ ਡਿਪੋਜ਼ਿਟ ਰੇਟਸ ਆ ਜਿਹੜੇ ਸਾਨੂੰ ਮਿਲਦੇ 6-7% ਤੇ ਇਦੋਂ ਘਟ ਜਾਣਾ, ਤੇ ਲੈਂਡਿੰਗ ਰੇਟਸ ਮਤਲਬ ਜਿਹੜਾ ਲੋਨ ਦੇਣਾ ਉਹਦਾ ਵਿਆਜ ਆ, ਉਹ ਵੀ ਡਿੱਗ ਪੈਣਾ। ਲੋਨ ਲੈਣਾ ਈਜ਼ੀ ਹੋ ਜਾਣਾ, ਲੋਕਾਂ ਨੇ ਹੋਰ ਲੋਨ ਲੈਣਾ ਤੇ ਫਿਰ ਇਨਵੈਸਟਮੈਂਟ ਕਰਨੀ ਆ। ਕ੍ਰੈਡਿਟ ਇਕਨੋਮੀ ਬਿਲਡ ਕਰ ਰਹੇ ਆ, ਜੋ ਅਮਰੀਕਨ ਇਕਨੋਮੀ ਆ, ਕ੍ਰੈਡਿਟ ਇਕਨੋਮੀ ਬਿਲਡ ਕਰ ਰਹੇ ਆ। ਸੋ ਪੰਜਾਬ ਨੂੰ ਆਈਸੋਲੇਸ਼ਨ 'ਚ ਜਦੋਂ ਆਪਾਂ ਮੈਂ ਕਹਿ ਰਿਹਾ ਸੀ ਵੀ ਆਈਸੋਲੇਸ਼ਨ 'ਚ ਕਿਵੇਂ ਸਾਨੂੰ ਦੇਖਣਾ ਪਊਗਾ, ਸਾਨੂੰ ਇਕਨੋਮੀ ਵਾਈਜ਼ ਵੀ ਆਈਸੋਲੇਸ਼ਨ 'ਚ ਦੇਖਣਾ ਪਊਗਾ। ਆ ਜਿਹੜੇ ਕ੍ਰੈਡਿਟ ਕਾਰਡ ਜੇਬਾਂ 'ਚ ਪਾਈ ਫਿਰਦੇ ਆ ਆਪਾਂ, ਜਾਂ ਸਾਨੂੰ ਜਿਹੜੇ ਕਿਸਾਨਾਂ ਨੂੰ ਲੋਨ ਦੇਈ ਜਾਂਦੇ ਆ, 2.5 ਕਿੱਲਿਆਂ ਵਾਲਿਆਂ ਨੂੰ ਟਰੈਕਟਰ ਦੇ ਦਿੰਦੇ ਆ ਜਦੋਂ ਕੋਈ ਜ਼ਰੂਰਤ ਨਹੀਂ ਹੁੰਦੀ, ਔਰ ਪਤਾ ਇਹਨਾਂ ਨੂੰ ਵੀ ਇਹ ਮੁੜਨਾ ਨਹੀਂ ਇਹਨਾਂ ਤੋਂ। ਫਿਰ ਉਹ ਲੋਨ ਪੀੜ੍ਹੀ ਦਰ ਪੀੜ੍ਹੀ ਚੱਲਦੇ ਆ। ਸੋ ਇਹ ਕ੍ਰੈਡਿਟ ਇਕਨੋਮੀ ਸਿਸਟਮ ਜਿਹੜਾ, ਇਹ ਪੰਜਾਬ ਨੂੰ ਸੂਟ ਨਹੀਂ ਕਰਦਾ, ਪਰ ਦਿੱਲੀ ਨੂੰ ਸੂਟ ਕਰਦਾ, ਕਿਉਂਕਿ ਉਹਨਾਂ ਨੇ ਜਿਹੜਾ ਨੇਸ਼ਨ ਬਿਲਡਿੰਗ ਦਾ ਇੱਕ ਕਨਸੈਪਟ ਲੈ ਕੇ ਉਹ ਚੱਲ ਰਹੇ ਆ, ਉਹਦੇ 'ਚ ਜਦੋਂ ਤੱਕ ਤੁਹਾਡੇ ਤੇ ਗਲਬਾ ਪਾ ਕੇ ਨਹੀਂ ਰੱਖਣਗੇ, ਤੁਹਾਨੂੰ ਗੁਲਾਮ ਬਣਾ ਕੇ ਨਹੀਂ ਰੱਖਣਗੇ, ਤੁਸੀਂ ਜੇ ਨਹੀਂ ਗੁਲਾਮ ਬਣੇ ਤਾਂ ਆਪਦੇ ਹੱਕਾਂ ਲਈ ਲੜੋਗੇ, ਆਪਦੀ ਆਵਾਜ਼ ਬੁਲੰਦ ਕਰੋਗੇ, ਕੋਈ ਡਰ ਹੀ ਨਹੀਂ ਹੈ ਨਾ। ਪਰ ਜਦੋਂ ਬੈਂਕ ਦੇ ਪੈਸੇ ਦੇਣੇ ਹੋਣ, ਕਿਸੇ ਹੋਰ ਦੇ ਦੇਣੇ ਹੋਣ, ਬੰਦਾ ਪਹਿਲਾਂ ਪ੍ਰਾਇੋਰਟੀ ਕੀ ਰੱਖਦਾ ਵੀ ਯਾਰ ਆਹ ਲਾਓ ਗਲੋਂ ਕਿਰਾ, ਉਹ ਗਲੋਂ ਲੈਂਦੇ ਹੀ ਨਹੀਂ। ਜਿੰਨੇ ਅੱਜ ਫਾਰਮਰਸ ਡੈਟ, ਜਿਹੜਾ ਕਿਸਾਨਾਂ ਦਾ ਕਰਜ਼ਾ, ਕਿੱਡਾ ਵੱਡਾ ਸਾਡੇ ਲਈ ਪ੍ਰੋਬਲਮ ਖੜੀ ਬਣੀ ਹੋਈ ਆ ਵੀ ਖੇਤੀਬਾੜੀ ਮਾਡਲ ਨੂੰ ਲਾਗੂ ਕਰਨ 'ਚ ਵੀ ਇੱਕ ਬਹੁਤ ਵੱਡਾ ਹਰਡਲ ਆ। ਉਹ ਨਵਾਂ ਖੇਤੀਬਾੜੀ ਮਾਡਲ 'ਚ ਅਸੀਂ ਕਹੀਏ ਵੀ ਤੁਹਾਨੂੰ ਆਮਦਨ ਘੱਟ ਹੋਊਗੀ ਪਰ ਸਾਰਥਕ ਹੋਊਗਾ, ਪਰ ਅਗਲਾ ਕਰਜ਼ਾ ਲਈ ਖੜਾ, ਉਹ ਕਿੱਥੋਂ ਤਾਰੂਗਾ ਇਸ ਫਸਲਾਂ ਨੂੰ ਬੀਜੇ ਬਿਨਾਂ ਤੇ ਇਹਨਾਂ ਨੂੰ ਵੇਚੇ ਬਿਨਾਂ।
ਬਹੁਤ ਵੱਡਾ ਹਰਡਲ ਆ ਫਾਰਮਰਸ ਡੈਟ ਵੀ। ਸੋ ਪੰਜਾਬ ਦੀ ਇਕਨੋਮੀ ਨੂੰ ਸਾਨੂੰ ਇਸ ਕਰਕੇ ਚੀਜ਼ਾਂ ਨੂੰ ਸਮੁੱਚਤਾ ਚ ਦੇਖਣਾ ਬੜਾ ਜ਼ਰੂਰੀ ਆ, ਟੋਟੈਲਿਟੀ ਚ ਦੇਖਣਾ ਬੜਾ ਜ਼ਰੂਰੀ ਆ। ਨਾਲ ਹੀ ਖੇਤੀਬਾੜੀ ਮਾਡਲ ਦੀ ਜੇ ਅਸੀਂ ਗੱਲ ਕਰਦੇ ਹਾਂ, ਨਾਲ ਹੀ ਪੋਲੀਟੀਕਲ ਐਂਡ ਇਕਨੋਮਿਕ ਰੀਜ਼ਨਸ ਨਾਲ ਜੁੜੇ ਹੁੰਦੇ ਆ। ਸੋ ਪੰਜਾਬ ਨੂੰ ਆਈਸੋਲੇਸ਼ਨ ਚ ਸੋਚਣਾ ਪਊਗਾ, ਪੋਲੀਟੀਕਲੀ ਵੀ, ਇਕਨੋਮੀ ਵਾਈਜ਼ ਵੀ ਤੇ ਕਲਚਰਲੀ ਵੀ। ਹੁਣ ਜਦੋਂ ਪੰਜਾਬ ਦੇ ਕਲਚਰ ਦੀ ਗੱਲ ਕਰਦੇ ਆ, ਕਲਚਰ ਸਾਡੇ ਕੋਲੇ ਇਕੱਲੇ ਸਿੱਖਾਂ ਦਾ ਕਲਚਰ ਨਹੀਂ ਆ ਇੱਥੇ। ਔਰ ਸਾਨੂੰ ਗੁਰੂ ਨਾਨਕ ਸਾਹਿਬ ਨੇ ਜਾਂ 10ਵੇਂ ਪਾਤਸ਼ਾਹ ਨੇ ਕਦੇ ਵੀ ਇਹ ਗੱਲ ਨਹੀਂ ਕਹੀ ਵੀ ਇਕੱਲੇ ਸਿੱਖਾਂ ਦਾ ਹੀ ਕਲਚਰ ਆ ਤੇ ਸਿੱਖਾਂ ਦਾ ਹੀ ਇਹ ਪੂਰਾ ਖਿੱਤਾ ਜਾਂ ਦੇਸ਼ ਆ। ਅਸੀਂ ਕਦੇ ਵੀ ਕੱਟੜਵਾਦ ਚ ਤਾਂ ਰਹੇ ਹੀ ਨਹੀਂ ਨਾ, ਅਸੀਂ ਤਾਂ ਅਕਾਲ ਪੁਰਖ ਦੇ ਭਾਣੇ ਚ ਰਹਿਣ ਵਾਲੇ ਬੰਦੇ ਆ, ਕੌਮ ਆ। ਸੋ ਅਕਾਲ ਪੁਰਖ ਨੇ ਤਾਂ ਜਿਵੇਂ ਜਿਹਨੂੰ ਸਾਜਤਾ, ਜਿੱਥੇ ਕੋਈ ਹਿੰਦੂ ਬੈਠਾ, ਮੁਸਲਮਾਨ ਬੈਠਾ, ਕਾਲੇ ਬੈਠੇ ਆ, ਗੋਰੇ ਬੈਠੇ ਆ, ਵੰਨ ਸਵੰਨਤਾ ਇਹੀ ਸਿੱਖੀ ਆ। ਸੋ ਇਸ ਕਰਕੇ ਜੇ ਕਲਚਰਲੀ ਦੇਖਣਾ ਤਾਂ ਸਾਂਝੀਵਾਲਤਾ ਚ ਦੇਖਣਾ ਉਸ ਕਲਚਰ ਨੂੰ ਬਹੁਤ ਜ਼ਰੂਰੀ ਆ ਸਾਡੇ ਲਈ। ਉਹ ਆਪਸੀ ਪਿਆਰ, ਸਾਂਝੀਵਾਲਤਾ ਤੇ ਇਸ ਸਾਰੇ ਖਿੱਤੇ ਨੂੰ ਸੰਪੂਰਨ ਤੌਰ ਤੇ ਐਂ ਸਮਝਣਾ ਵੀ ਇੱਥੇ ਰਹਿਣ ਵਾਲਾ ਹਿੰਦੂ ਵੀ ਸਾਡਾ, ਇੱਥੇ ਰਹਿਣ ਵਾਲਾ ਮੁਸਲਮਾਨ ਵੀ ਸਾਡਾ, ਤੇ ਇੱਥੇ ਰਹਿਣ ਵਾਲੇ ਸਿੱਖ ਵੀ ਸਾਡੇ ਆ। ਇਹੀ ਅਕਾਲ ਪੁਰਖ ਦਾ ਧਰਮ ਆ ਸਾਡੇ ਲਈ, ਤੇ ਇਹੀ ਅਕਾਲ ਪੁਰਖ ਦੀ ਸਿਆਸਤ ਆ, ਇਹੀ ਸਿੱਖੀ ਆ ਮੈਨੂੰ ਲੱਗਦਾ। ਕਿਉਂਕਿ ਇੱਕ ਗੁਰੂ ਸਾਡਾ ਖੰਡਨ ਕਰਦਾ ਜਨੇਊ ਦੀ, ਦੂਜਾ ਜਨੇਊ ਦੀ ਖਾਤਰ ਆਪਦਾ, ਤੁਸੀਂ ਦੇਖੋ, ਆਪਦਾ ਸ਼ੀਸ਼ ਵੀ ਦੇ ਦਿੰਦਾ। ਉਹ ਸ਼ਹਾਦਤ, ਇਹ ਐਡਾ ਵੱਡਾ ਬ੍ਰਹਿਮੰਡ ਦੀ ਗੱਲ ਆ ਇਹਦੇ ਚ। ਤਾਂ ਫਿਰ ਵੇਰੀਏਸ਼ਨ ਐਡੀ, ਉਹ ਤਾਂ ਬ੍ਰਹਿਮੰਡ ਦੀ, ਪੂਰੇ ਯੂਨੀਵਰਸ ਦੀ ਵੇਰੀਏਸ਼ਨ ਆ। ਸੋ ਇਸ ਕਰਕੇ ਪੰਜਾਬ ਨੂੰ ਅੱਜ ਅਸੀਂ ਜਦੋਂ ਸਿਰਜਣਾ, ਚਾਹੇ ਖੇਤੀਬਾੜੀ ਮਾਡਲ ਸਿਰਜ ਲਈਏ, ਚਾਹੇ ਪੋਲੀਟੀਕਲ ਅਸੀਂ ਅਗਲੀ ਆਉਣ ਵਾਲੀ ਪੰਜਾਬ ਦੀ ਜਿਹੜੀ ਰਾਜਸੀ ਸਾਡਾ ਢਾਂਚਾ ਕੀ ਹੋਣਾ ਚਾਹੀਦਾ ਉਹਨੂੰ ਸਿਰਜ ਲਈਏ, ਜਾਂ ਕਲਚਰ ਨੂੰ ਸਿਰਜਣ ਦੀ ਗੱਲ ਕਰਦੇ ਹਾਂ। ਕਿਉਂਕਿ ਕਲਚਰ ਸਾਡੇ ਕੋਲੇ ਬਹੁਤ ਰਿਚ ਕਲਚਰ ਆ। ਤੁਸੀਂ ਦੇਖਿਓ, ਮੈਂ ਵੈਸਟ ਚ ਬਹੁਤ ਘੁੰਮਿਆ, ਉਹਨਾਂ ਕੋਲੇ ਬਹੁਤ ਬਲੈਂਕ ਆ, ਕਲਚਰ ਹੀ ਨਹੀਂ ਆ, ਹਿਸਟਰੀ ਨਹੀਂ ਆ। ਹਿਸਟਰੀ ਹੈ ਤਾਂ ਜਿਸ ਢੰਗ ਨਾਲ ਉਹ ਹਿਸਟਰੀ ਦੀ ਬੁਨਿਆਦ ਜਿੱਥੇ ਖੜੀ ਆ, ਜਾਂ ਆਪਣੇ ਦੇਸ਼ ਚ ਕਿਤੇ ਹੋਰ ਜਾ ਵੜੋ, ਹਿਸਟਰੀ ਪੱਖੋਂ ਇਤਿਹਾਸ ਤੇ ਬੈਠੇ ਆ। ਅਸੀਂ ਤਾਂ ਇਤਿਹਾਸ ਐਡਾ ਮਾਣਮੱਤਾ ਇਤਿਹਾਸ ਲਈ ਬੈਠੇ ਆ, ਤੇ ਇਹੋ ਜਿਹਾ ਰਿਚ ਕਲਚਰ ਲਈ ਬੈਠੇ ਆ। ਇਹ ਸਾਡੀ ਧਰੋਹਰ ਆ, ਸਾਡਾ ਇੱਕ ਇੱਕ ਬੰਦਾ ਸਾਡੀ ਧਰੋਹਰ ਆ, ਇੱਕ ਇੱਕ ਬੰਦਾ ਸਾਡੀ ਦੌਲਤ ਆ। ਔਰ ਸਾਨੂੰ ਇਹ ਗੱਲ ਸਮਝਣੀ ਪਊਗੀ, ਸਾਨੂੰ ਸੰਵੇਦਨਸ਼ੀਲ ਹੋਣਾ ਪਊਗਾ, ਸੈਂਸਿਟਿਵ ਹੋਣਾ ਪਊਗਾ ਆਪਦੇ ਬੰਦਿਆਂ ਪ੍ਰਤੀ, ਆਪਦੇ ਕਲਚਰ ਪ੍ਰਤੀ, ਆਪਦੇ ਵਾਤਾਵਰਨ ਪ੍ਰਤੀ। ਔਰ ਜਦੋਂ ਤੱਕ ਅਸੀਂ ਆਈਸੋਲੇਸ਼ਨ ਚ ਦਿੱਲੀ ਤੋਂ ਵੱਖ ਰੱਖ ਕੇ ਇਸ ਗੱਲ ਨੂੰ ਨਹੀਂ ਦੇਖਾਂਗੇ, ਉਦੋਂ ਤੱਕ ਨਹੀਂ ਹੋ ਸਕਦੇ। ਫਿਰ ਉੱਥੇ ਜਿਵੇਂ ਸੈਕਟਰੀ ਸਾਹਿਬ ਨੇ ਵੀ ਗੱਲ ਕਹੀ ਸੀ ਵੀ ਵਿਦਨ ਦ ਡੋਮੇਨ ਆਫ ਕਨਸਟੀਟਿਊਸ਼ਨ, ਨਹੀਂ, ਵਿਦਨ ਦ ਡੋਮੇਨ ਆਫ ਕਨਸਟੀਟਿਊਸ਼ਨ ਚ ਵੀ ਰਹਿਣ ਦੀ ਗੱਲ ਨਹੀਂ ਆ। ਉਹ ਤਾਂ ਕਨਸਟੀਟਿਊਸ਼ਨ ਵੀ ਤਾਂ ਉਹਨਾਂ ਨੇ ਘੜੀ ਆ ਨਾ, ਜਿਹੜੇ ਦਿੱਲੀ ਚ ਬੈਠੇ ਉਹਨਾਂ ਨੂੰ ਸੂਟ ਕਰਦੀ ਆ ਉਹ। ਤੇ ਜੇ ਕਨਸਟੀਟਿਊਸ਼ਨ ਚ ਫਲॉज ਆ ਤਾਂ ਸਾਡੇ ਕੋਲੇ ਹੱਕ ਆ ਵੀ ਅਸੀਂ ਆਪਦੀ ਆਵਾਜ਼ ਬੁਲੰਦ ਕਰੀਏ ਤੇ ਉਹਨਾਂ ਫਲॉज ਨੂੰ ਕਹੀਏ ਵੀ ਆਹ ਕਨਸਟੀਟਿਊਸ਼ਨ ਫਲॉज ਦੂਰ ਹੋਣੇ ਚਾਹੀਦੇ ਆ, ਇਹ ਰਿਫਾਰਮਸ ਹੋਣੇ ਚਾਹੀਦੇ ਆ, ਅਮੈਂਡਮੈਂਟ ਹੋਣੀ ਚਾਹੀਦੀ ਹੈ ਕਨਸਟੀਟਿਊਸ਼ਨ ਚ। ਔਰ ਇੰਡੀਅਨ ਕਨਸਟੀਟਿਊਸ਼ਨ ਚ ਤਾਂ ਬਹੁਤ ਵੱਡਾ ਸਕੋਪ ਆ ਅਮੈਂਡਮੈਂਟ ਕਰਨ ਦਾ, ਜਿਹੜੀ ਕਿ ਕਰਨੀ ਪਊਗੀ ਇਹਨਾਂ ਨੂੰ। ਅਦਰਵਾਈਜ਼ ਸਾਰਥਕ ਸਮਾਜ ਜਾਂ ਸਾਰਥਕ ਇੱਕ ਦੇਸ਼ ਜਿਹਨੂੰ ਉਹ ਕਹਿ ਰਹੇ ਆ ਯੂਨੀਅਨ ਆਫ ਇੰਡੀਆ ਨੂੰ, ਇਹ ਕਦੇ ਵੀ ਯੂਨੀਅਨ ਆਫ ਇੰਡੀਆ ਨੂੰ ਇੱਕ ਦੇਸ਼, ਇੱਕੋ ਤਰ੍ਹਾਂ ਦੀ ਸੁਸਾਇਟੀ, ਹੁਣ ਯੂਨੀਫਾਰਮ ਸਿਵਲ ਕੋਡ ਲੈ ਕੇ ਆ ਰਹੇ ਆ। ਤੁਸੀਂ ਦੇਖੋ ਇੰਡੀਅਨ ਸਟੇਟ ਕੰਮ ਕਿਵੇਂ ਕਰਦੀ ਆ, ਇੱਕ ਮੰਡੀ, ਇੱਕ ਭਾਸ਼ਾ, ਇੱਕ ਦੇਸ਼, ਇੱਕੋ ਆਈਡੈਂਟੀਫਿਕੇਸ਼ਨ। ਹੁਣ ਆਧਾਰ ਕਾਰਡ ਚਲਾ ਦਿਓ, ਹੁਣ ਯੂਨੀਫਾਰਮ ਸਿਵਲ ਕੋਡ ਲੈ ਕੇ ਆ ਰਹੇ ਆ, ਜਿੱਥੇ ਆ ਹਿੰਦੂ ਮੈਰਿਜ ਐਕਟ, ਆਪਣਾ ਆਨੰਦ ਕਾਰਜ ਐਕਟ, ਜਾਂ ਤੁਸੀਂ ਮੁਸਲਮਾਨਾਂ ਦਾ ਜਿਹੜੇ ਵਰਗ ਦਾ ਆਪਣੇ ਭਾਈਚਾਰੇ ਦਾ, ਉਹਨਾਂ ਦਾ ਜਿਹੜਾ ਟ੍ਰਿਪਲ ਤਲਾਕ ਇਹਨਾਂ ਨੇ ਜੋ ਖਤਮ ਕੀਤਾ, ਇਹ ਸਾਰੀ ਇੱਕੋ ਹੀ ਨੀਤੀ ਇਹੀ ਆ ਨਾ, ਇੱਕ ਹੋਮੋਜੇਨੀਅਸ ਸੁਸਾਇਟੀ
ਇੱਕੋ ਤਰ੍ਹਾਂ ਦਾ ਸਮਾਜ ਸਿਰਜ ਦੋ ਇੱਥੇ। ਪਰ ਐਡੀ ਵੱਡੀ ਵੰਨ ਸਵੰਨਤਾ ਚ ਇੱਕੋ ਤਰ੍ਹਾਂ ਦਾ ਸਮਾਜ ਸਿਰਜਣਾ, ਐਡੀ ਵੰਨ ਸਵੰਨਤਾ ਜਿਹੜੀ ਇਸ ਖਿੱਤੇ ਚ ਭਾਸ਼ਾ ਦੇ ਤੌਰ ਤੇ ਹੀ ਦੇਖ ਲਓ, ਪੰਜਾਬ ਚ ਹੀ ਦੇਖ ਲਈਏ, ਮੈਨੂੰ ਲੱਗਦਾ 50 ਕਿਲੋਮੀਟਰ ਤੇ ਹੀ ਭਾਸ਼ਾ ਬਦਲ ਜਾਂਦੀ ਆ, ਰਹਿਣੀ ਸਹਿਣੀ ਬਦਲ ਜਾਂਦੀ ਆ ਲੋਕਾਂ ਦੀ, ਲਫ਼ਜ਼ ਡਿਫਰੈਂਟ ਹੁੰਦੇ ਆ। ਦੁਆਬੇ ਚ ਤੇ ਮੈਂ ਮਾਲਵੇ ਨੂੰ ਬਿਲੋਂਗ ਕਰਦਾ, ਸਾਡੇ ਆਪਸ ਚ ਹੀ ਲਫ਼ਜ਼ ਕਿੰਨੇ ਡਿਫਰੈਂਟ ਹੋਣਗੇ। ਔਰ ਕਲਚਰਲੀ ਵੀ ਅਸੀਂ ਕਈ ਜਗ੍ਹਾ ਥੋੜੇ ਬਹੁਤ ਵਖਰੇਵਿਆਂ ਚ ਬੈਠੇ ਹੁੰਦੇ ਆ 50-100 ਕਿਲੋਮੀਟਰ ਤੇ। ਸੋ ਇੱਥੇ ਇੱਕ ਤਰ੍ਹਾਂ ਦਾ ਸਮਾਜ ਸਿਰਜਣਾ ਵੀ ਹਿੰਦੀ ਸਾਡੀ ਮਾਤ ਭਾਸ਼ਾ ਤੇ ਭਾਰਤ ਮਾਤਾ ਮਤਲਬ ਇੱਕ ਖਿੱਤੇ ਨੂੰ ਐ ਪ੍ਰੈਜ਼ੈਂਟ ਕਰਨਾ ਵੀ ਆਹ ਖਿੱਤਾ ਇੱਕ ਦੇਵੀ ਖਿੱਤਾ ਜਾਂ ਇਹ ਤਾਂ ਇੱਕ ਦੇਵ ਭੂਮੀ ਆ, ਹਰ ਚੀਜ਼ ਨੂੰ ਇੱਕ ਦੇਵੀ ਸਿਰਜਣਾ ਨਾਲ ਜੋੜ ਕੇ ਤੇ ਉਹਦੀ ਸਿਰਜਣਾ ਕਰਨੀ, ਇਹ ਬਹੁਤ ਪ੍ਰੈਕਟਿਸ। ਇਸੇ ਕਰਕੇ ਵਿਪਰਵਾਦ ਦੇ ਅਗੇਂਸਟ ਹਿੰਦੂ ਵੀ ਲੜ ਰਿਹਾ, ਹਿੰਦੂ ਨੂੰ ਵੀ ਲੜਨਾ ਚਾਹੀਦਾ। ਇਨਸਾਨੀਅਤ ਤੋਂ ਤਾਂ ਬਹੁਤ, ਇਹ ਤਾਂ ਫਿਰ ਗੱਲ ਇਹ ਹੋ ਗਈ ਵੀ ਜਿਹੜੀ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤਾਈਂ ਜਾਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਉਹ ਦੇਵ ਭੂਮੀ ਆ, ਬਾਕੀ ਦੀ ਭੂਮੀ ਭ੍ਰਿਸ਼ਟ ਆ। ਤੇ ਗੁਰੂ ਨਾਨਕ ਸਾਹਿਬ ਤਾਂ ਉਹ ਕਹਿੰਦੇ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਹੁਣ ਇਹ ਥੋੜੀ ਵੀ ਅਸੀਂ ਜੇ ਕੈਨੇਡਾ ਚ ਬੈਠੇ ਆ ਉਹ ਧਰਤੀ ਮਾਤਾ ਨਹੀਂ ਆ, ਉਹਨਾਂ ਨੇ ਤਾਂ ਉਹਨੂੰ ਵੀ ਮਾਤਾ ਹੀ ਕਿਹਾ, ਕਿਉਂਕਿ ਤੁਹਾਡਾ ਰਿਸ਼ਤਾ ਜਿਹੜਾ ਸੈਂਸ ਆਫ ਬਿਲੋਂਗਿੰਗ ਆ ਕਿ ਜਿੱਥੇ ਤੁਸੀਂ ਜਾ ਕੇ ਰਹਿਣ ਲੱਗ ਗਏ, ਉਹ ਧਰਤੀ ਨਾਲ ਸੈਂਸ ਆਫ ਬਿਲੋਂਗਿੰਗ ਕੀ ਹੋਣੀ ਚਾਹੀਦੀ ਆ, ਉੱਥੋਂ ਦੇ ਪਾਣੀ ਨਾਲ, ਉੱਥੋਂ ਦੀ ਪਵਨ ਨਾਲ, ਹਵਾ ਨਾਲ ਤੁਹਾਡੀ ਸੈਂਸ ਆਫ ਬਿਲੋਂਗਿੰਗ ਕੀ ਹੋਣੀ ਚਾਹੀਦੀ ਆ, ਇਹ ਆ ਡੈਫੀਨੇਸ਼ਨ। ਤਾਂ ਇਹਦੇ ਚ ਫਿਰ ਕੋਈ ਸਰਹੱਦਾਂ ਦੀ ਗੱਲ ਤਾਂ ਨਹੀਂ ਆਈ, ਇਹ ਤਾਂ ਤੁਸੀਂ ਕੁਦਰਤ ਨੂੰ ਕਿਵੇਂ ਦੇਖਣਾ, ਇੱਥੇ ਪਈ ਆ ਗੱਲ। ਸੋ ਇਸ ਕਰਕੇ ਅਸੀਂ ਜਿੱਥੇ ਖੜੇ ਆ ਆਖੇ, ਪੰਜਾਬ ਜਿੱਥੇ ਖੜ ਗਿਆ ਆਖੇ, ਪੰਜਾਬ ਨੂੰ ਅੱਜ ਆਈਸੋਲੇਸ਼ਨ ਚ ਰੱਖ ਕੇ ਦੇਖਣਾ ਪਊਗਾ ਆਪਦੇ ਆਪ ਨੂੰ, ਇਹ ਸਾਰੇ ਖਿੱਤੇ ਨੂੰ ਦਿੱਲੀ ਤੋਂ। ਉਹ ਮਜਬੂਰੀ ਬਣ ਗਈ ਆ ਸਾਡੀ, ਜੇ ਅਸੀਂ ਆਪਦੇ ਕਲਚਰ ਨੂੰ, ਆਪਦੇ ਇੱਥੋਂ ਦੇ ਇਕਨੋਮਿਕ ਸਿਸਟਮ ਨੂੰ, ਇੱਥੋਂ ਦੇ ਆਈਡੀਓਲੋਜੀਜ਼ ਨੂੰ, ਸਾਡੇ ਫਲਸਫਿਆਂ ਨੂੰ, ਸਾਡੀ ਸਾਂਝੀਵਾਲਤਾ ਨੂੰ ਸੰਭਾਲ ਕੇ ਰੱਖਣਾ, ਤਾਂ ਸਾਨੂੰ ਆਈਸੋਲੇਸ਼ਨ ਚ ਦੇਖਣਾ ਹੀ ਪਊਗਾ। ਈਵਨ এনवायरमेंट ਨੂੰ, ਸਾਡੀ ਹਵਾ, ਪਾਣੀ, ਧਰਤੀ, ਸਾਡੇ ਸਰਮਾਏ। ਜੇ ਅੱਜ ਪੰਜਾਬ ਚ ਐਡਾ ਵੱਡਾ ਵਿਦਰੋਹ ਪੈਦਾ ਹੋ ਗਿਆ ਤੇ ਪੰਜਾਬ ਦੇ ਵਿਦਰੋਹ ਦੀ ਵੀ ਅਹਿਮੀਅਤ ਨਹੀਂ ਆ ਦਿੱਲੀ ਨੂੰ, ਤੁਸੀਂ ਇਹ ਦੇਖ ਲਓ, ਗੱਲ ਹੀ ਨਹੀਂ ਸੁਣ ਰਹੇ, ਜਲੀਲ ਕਰ ਰਹੇ ਆ ਵਾਰ-ਵਾਰ। ਹੁਣ ਕੱਲ ਦਿੱਲੀ ਜਾਣਾ ਕਿਸਾਨਾਂ ਨੇ, ਪਰਸੋਂ ਦਿੱਲੀ ਦੀ 26-27 ਦਿੱਲੀ ਦੀ ਕਾਲ ਆ, ਹਰਿਆਣਾ ਨੇ ਬਾਰਡਰ ਸੀਲ ਕਰਤੇ, ਦਿੱਲੀ ਨੇ ਕਰਫਿਊ ਲਾਤੇ, ਕੋਵਿਡ ਦਾ ਬਹਾਨਾ ਦੇਈ ਗਏ। ਬਿਹਾਰ ਚ ਚੋਣਾਂ ਸੀ ਤਾਂ ਉਦੋਂ ਕੋਵਿਡ ਨਹੀਂ ਸੀ, ਪਰ ਜੇ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਇਲੈਕਸ਼ਨਸ ਦੀ ਗੱਲ ਕਰੋ ਤਾਂ ਉੱਥੇ ਕੋਵਿਡ ਦਾ ਬਹਾਨਾ ਦਿੰਦੇ ਆ, ਕਿਉਂਕਿ ਉੱਥੋਂ ਵੀ ਸੈਨੇਟ ਖਤਮ ਕਰਕੇ ਆਪਦੇ ਹੱਥ 'ਚ ਸੈਂਟਰਲਾਈਜ਼ ਕਰ ਰਹੇ ਆ ਐਜੂਕੇਸ਼ਨ ਸਿਸਟਮ ਨੂੰ। ਤੁਸੀਂ ਦੇਖੋ ਇੱਕ ਡਿਪਾਰਟਮੈਂਟ ਤੇ ਮਾਰ ਰਹੇ ਆ। ਉਹ ਸੈਨੇਟ ਇੱਕ ਲਾਸਟ ਸਾਡੀ ਦਾਅਵੇਦਾਰੀ ਸੀ ਪੰਜਾਬ ਯੂਨੀਵਰਸਿਟੀ ਤੇ, ਉਹ ਵੀ ਆਪਦੇ ਹੱਥ 'ਚ ਲੈਣ ਦੀ ਗੱਲ ਕਰ ਰਹੇ ਆ। ਹੁਣ ਜੇ 26-27 ਨੂੰ ਅਸੀਂ ਦਿੱਲੀ ਜਾਣਾ ਤਾਂ ਬਾਰਡਰ ਸੀਲ, ਤੇ ਕਿਸਾਨਾਂ ਨੇ ਆ ਕੇ ਉੱਥੇ ਕਹਿਣਾ ਸਾਨੂੰ ਜਾਣ ਦਿਓ, ਮੁੜ ਕੇ ਸਟੇਟ ਜਿਵੇਂ ਕਰਦੀ ਹੁੰਦੀ ਆ ਉਹਨਾਂ ਨੇ ਗੋਲੀਆਂ ਚਲਾਉਣੀਆਂ, ਡੰਡੇ ਵਰਾਉਣੇ ਆ। ਸੋ ਸਾਡੀ ਮਜਬੂਰੀ ਬਣ ਗਈ ਆ ਇਸ ਰਾਜਸੀ ਢਾਂਚੇ ਨੂੰ ਟੱਕਰ ਦੇਣੀ, ਮਜਬੂਰੀ ਇਹਨਾਂ ਨੇ ਹੀ ਬਣਾਈ ਆ। ਫਿਰ ਅਸੀਂ ਕਨਸਟੀਟਿਊਸ਼ਨ ਦੇ ਡੋਮੇਨ ਦੀ ਗੱਲ ਕਰਦੇ ਆ, ਡੋਮੇਨ 'ਚ ਤਾਂ ਸਾਡੇ ਕੋਲੇ ਸਾਡੇ ਸਿਵਲ ਰਾਈਟਸ ਹੀ ਨਹੀਂ ਦੇ ਰਹੇ, ਸਾਡੇ ਫੰਡਾਮੈਂਟਲ ਰਾਈਟਸ ਹੀ ਨਹੀਂ ਦੇ ਰਹੇ, ਤੇ ਕਿਹੜੀ ਡੋਮੇਨ 'ਚ ਰਹਿ ਲਾਂਗੇ ਅਸੀਂ। ਜਦੋਂ ਤੁਹਾਡੇ ਰਾਈਟਸ ਤੁਹਾਡੇ ਕੋਲੋਂ ਲੈ ਗਏ ਤਾਂ ਸਟੇਟ ਨੇ ਤਾਂ ਇਹੀ ਦੇਣਾ ਹੁੰਦਾ ਨਾ ਤੁਹਾਨੂੰ, ਸਟੇਟ ਨੇ ਤੁਹਾਨੂੰ ਪ੍ਰੋਟੈਕਟ ਕਰਕੇ ਰੱਖਣਾ ਹੁੰਦਾ, ਇੱਕ ਫਰਸਟ ਗ੍ਰੇਡ ਸਿਟੀਜ਼ਨ ਦਾ ਦਰਜਾ ਦੇਣਾ ਹੁੰਦਾ, ਤੇ ਅਸੀਂ ਸਟੇਟ ਨੂੰ ਵਫਾਦਾਰੀ ਦੇਣੀ ਹੁੰਦੀ ਆ। ਅੱਜ ਜਦੋਂ ਅਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਆ ਤਾਂ ਇਹ ਕਹਿੰਦੇ ਚੁੱਪ ਕਰਕੇ ਬਹਿ ਜਾਓ, ਹੱਕ ਉਹੀ ਦੇਵਾਂਗੇ ਜਿਹੜੇ ਅਸੀਂ ਦੇਣਾ ਚਾਹੁੰਦੇ ਆ। ਫਿਰ ਜਦੋਂ ਤੁਹਾਡੇ ਵਿਰੋਧ ਦੀ ਅਹਿਮੀਅਤ ਨਹੀਂ ਰਹੀ ਔਰ ਤੁਹਾਡੇ ਹੱਕ ਉਹ
ਪ੍ਰਭਾਸ਼ਿਤ ਕਰਨ। ਤੁਸੀਂ ਹੈ ਕੌਣ ਉਹ ਪ੍ਰਭਾਸ਼ਿਤ ਕਰਨ, ਤੁਹਾਨੂੰ ਚਾਹੀਦਾ ਕੀ ਆ ਉਹ ਪ੍ਰਭਾਸ਼ਿਤ ਕਰਨ। ਇਹ ਤਾਂ ਫਿਰ ਗੁਲਾਮ ਰਹਿੰਦੇ ਹੁੰਦੇ ਆਏ। ਤੇ ਇਸ ਖਿੱਤੇ ਨੇ ਗੁਲਾਮੀ ਨਹੀਂ ਕਦੇ ਪ੍ਰਵਾਨ ਨਹੀਂ ਕੀਤੀ, ਸਾਨੂੰ ਸਾਜ਼ਿਸ਼ਾਂ ਨਾਲ ਰੱਖੀ ਰੱਖਿਆ ਇਹਨਾਂ ਨੇ। ਸੋ ਜੇ ਸੱਚ ਨੂੰ ਸਮਝਣਾ ਤੇ ਜੇ ਸੱਚ ਤੇ ਚੱਲਣਾ, ਫਿਰ ਸਿਚੁਏਸ਼ਨ ਤਾਂ ਖੜ ਗਈ ਆ ਕੇ। ਹੁਣ ਚਾਹੇ ਸਾਡੇ ਯੂਥ ਆ, ਸਾਡੇ ਇੰਟੈਲੈਕਚੁਅਲਸ ਆ, ਸਾਡਾ ਅਲੀਟ ਆ ਇੱਥੋਂ ਦਾ ਇਨ ਟਰਮਸ ਆਫ ਵੈਲਥ, ਕਿਉਂਕਿ ਕਦੇ ਵੀ ਅਲੀਟ ਨੇ ਪੰਜਾਬ ਦਾ ਸਾਥ ਨਹੀਂ ਦਿੱਤਾ, ਪਹਿਲਾਂ ਕਦੇ ਵੀ ਨਹੀਂ ਦਿੱਤਾ। ਉਹ ਦਿੱਲੀ ਦੀ ਭਾਸ਼ਾ ਹੀ ਬੋਲਦੇ ਰਹਿੰਦੇ ਆ, ਕਿਉਂਕਿ ਫਸੇ ਹੁੰਦੇ ਆ ਕਿਤੇ ਨਾ ਕਿਤੇ, ਕਾਰੋਬਾਰ ਹੁੰਦੇ ਆ ਅਗਲਿਆਂ ਦੇ, ਡਰ ਐਡਾ ਵੱਡਾ ਹੁੰਦਾ ਵੀ ਆ ਟੁੱਟੂ ਯਾਰ ਗੱਲ ਜੀ। ਹੁਣ ਸਾਡੀ ਕਾਰੋਬਾਰ, ਸਾਡੀਆਂ ਕਾਰਾਂ, ਸਾਡੇ ਘਰ, ਸਾਡੀਆਂ ਜਾਇਦਾਦਾਂ, ਇਹ ਕਦੇ ਵੀ ਸਾਡਾ ਸਾਥ ਨਹੀਂ ਦਿੱਤਾ। ਸਾਡੇ ਅਲੀਤ ਨੇ, ਸਾਡੇ ਇੰਟੈਲੈਕਚੁਅਲਸ ਨੇ। ਹੁਣ ਜਿੱਥੇ ਆ ਕੇ ਖੜ ਗਏ ਆ, ਸਾਡੀ ਹੋਂਦ ਦੀ ਲੜਾਈ ਕਿਉਂ ਇੱਥੋਂ ਤਾਈਂ ਗੱਲ ਆ ਗਈ ਆ, ਤਾਂ ਸਾਨੂੰ ਇਹਨਾਂ ਸਾਰਿਆਂ ਦਾ ਵੀ ਸਾਥ ਚਾਹੀਦਾ। ਸਾਡੇ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਸਾਡਾ ਬਿਰਤਾਂਤ ਸਿਰਜਣ, ਸਾਡਾ ਨੈਰੇਟਿਵ ਸਿਰਜਣ, ਪੰਜਾਬ ਦਾ ਇੱਕ ਸਾਂਝੀਵਾਲਤਾ ਦਾ ਨੈਰੇਟਿਵ ਕੀ ਹੋਣਾ ਚਾਹੀਦਾ, ਇਸ ਲਈ ਇਹਨਾਂ ਦਾ ਸਾਥ ਚਾਹੀਦਾ। ਅਸੀਂ ਤਾਂ ਲੜ ਲਾਂਗੇ, ਪਰ ਪਿੱਛੇ ਇੱਕ ਬੰਦੇ ਜਿਹੜੇ ਸੋਚ ਪੈਦਾ ਕਰਨ ਵਾਲੇ ਤੇ ਉਹ ਸੋਚ ਤੇ ਸਾਨੂੰ ਲੜਾਉਣ ਵਾਲੇ, ਤਾਂ ਇੱਥੇ ਹੀ ਆ ਕੇ ਜਿਵੇਂ ਸਦਾ ਮਨਧੀਰ ਸਿੰਘ ਗੱਲ ਕਰ ਰਹੇ ਸੀ, ਲੋਕ ਅੱਜ ਵੀ ਸਾਥ ਦੇ ਰਹੇ ਆ। ਲੋਕ 50 ਸਾਲ ਪਹਿਲਾਂ, 100 ਸਾਲ ਪਹਿਲਾਂ, 200 ਸਾਲ ਪਹਿਲਾਂ ਵੀ ਸਾਥ ਦਿੰਦੇ ਸੀ। ਪਰ ਗੱਲ ਆ ਜਰਨੈਲਾਂ ਤੇ ਆ ਕੇ ਅਸੀਂ ਖਤਾ ਖਾਂਦੇ ਆ। ਅਸੀਂ ਜਰਨੈਲ ਨਹੀਂ ਪੈਦਾ, ਔਰ ਜਿਹੜੇ ਪੈਦਾ ਕੀਤੇ ਆ ਉਹਨਾਂ ਨੇ ਦਿੱਲੀ ਦੀ ਪੱਖ ਪੂਰਤੀ ਕੀਤੀ ਆ। ਪੋਲੀਟੀਕਲੀ ਸਾਡੇ ਸਾਹਮਣੇ ਆ, ਰਿਲੀਜੀਅਸਲੀ ਵੀ ਸਾਡੇ ਸਾਹਮਣੇ ਆ। ਤੁਸੀਂ ਦੇਖ ਲਓ ਸ਼੍ਰੀ ਅਕਾਲ ਤਖਤ ਸਾਹਿਬ ਵੀ ਮਜਾਲਕਾ ਕੋਈ ਉੱਥੋਂ ਹੁਕਮਨਾਮਾ ਜਾਰੀ ਹੋਇਆ ਹੋਵੇ, ਤੇ ਪੰਜਾਬ ਦਾ, ਮੈਂ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰਦਾ, ਹਿੰਦੂ ਵੀ ਅੱਗੇ ਵੀ ਨਹੀਂ ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ। ਉਹ ਇਸ ਖਿੱਤੇ 'ਚ ਸੀ, ਸਾਂਝੀਵਾਲਤਾ 'ਚ ਸੀ ਉਹ ਗੱਲ। ਅੱਜ ਕਿੱਥੇ ਖੜੇ, ਅੱਜ ਸਿੱਖ ਹੀ ਨਹੀਂ ਮੰਨਦੇ। ਸੋ ਐਡੀ ਵੱਡੀ ਡਿਸਕ੍ਰੈਡੀਬਿਲਿਟੀ, ਐਡੀ ਵੱਡੀ ਭਰੋਸੇਯੋਗਤਾ 'ਚ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੋਣ, ਉਹਨਾਂ ਨੂੰ ਹੀ ਅਸੀਂ ਸਵਾਲ ਕਰਨ ਲੱਗ ਗਏ। ਸਾਨੂੰ ਆਪਦੇ ਆਪ ਨੂੰ ਕੁਐਸਚਨ ਕਰਨਾ ਚਾਹੀਦਾ, ਅਸੀਂ ਕਿਹੜੇ ਆਗੂ ਅੱਗੇ ਲਾ ਕੇ ਫਿਰਦੇ ਰਹੇ। ਪੰਜਾਬ ਕਦੇ ਆਪਦੀ ਆਈਸੋਲੇਸ਼ਨ 'ਚ, ਕਦੇ ਆਪਦੀ ਸਿਆਸਤ ਹੀ ਨਹੀਂ ਘੜ ਸਕਿਆ, ਕਦੇ ਪੰਜਾਬ ਆਪਦੇ ਆਪ ਨੂੰ ਪੋਲੀਟੀਕਲੀ, ਕਲਚਰਲੀ ਵੱਖ ਹੀ ਨਹੀਂ ਦੇਖ ਸਕਿਆ। ਇਹਦਾ ਮਤਲਬ ਸੋ ਬਹੁਤ ਜ਼ਰੂਰੀ ਆ ਸਾਨੂੰ ਇਹ ਗੱਲਾਂ ਨੂੰ ਸਮਝ ਕੇ ਆਪਦੇ ਆਪ ਨੂੰ, ਜੇ ਪੰਜਾਬ ਨੇ ਮੁੜ ਸਿਰਜਣਾ ਪੰਜਾਬ ਆਪਾਂ ਸਾਰਿਆਂ ਨੇ, ਤਾਂ ਪੰਜਾਬ ਨੂੰ ਸਾਡੀ ਮਜਬੂਰੀ ਆ ਅੱਜ ਦਿੱਲੀ ਤੋਂ ਆਈਸੋਲੇਸ਼ਨ 'ਚ ਦੇਖਣਾ, ਇਕਨੋਮਿਕਲੀ, ਪੋਲੀਟੀਕਲੀ, ਕਲਚਰਲੀ। ਔਰ ਉਸ ਆਈਸੋਲੇਸ਼ਨ 'ਚ ਇਸ ਕਰਕੇ ਸਾਨੂੰ ਦੇਖਣਾ ਪੈ ਰਿਹਾ ਕਿਉਂਕਿ ਅਸੀਂ ਆਪਦਾ ਕਲਚਰ, ਅਸੀਂ ਆਪਦੀ ਇਕੋਨਮੀ ਤੇ ਅਸੀਂ ਆਪਦੀ ਪੋਲਿਟਿਕਸ, ਇਹ ਤਿੰਨਾਂ ਨੂੰ ਸਾਨੂੰ ਸਾਂਭ ਕੇ ਰੱਖਣਾ ਪਊਗਾ। ਇਸ ਖਿੱਤੇ ਨੂੰ ਸਾਂਭ ਕੇ ਰੱਖਣਾ ਪਊਗਾ, ਇਹ ਤੋਂ ਬਿਨਾਂ ਇਹ ਖਿੱਤਾ ਸਾਂਭਿਆ ਨਹੀਂ ਜਾਣਾ। ਸੋ ਬਾਕੀ ਇੰਨੀਆਂ ਕੁ ਗੱਲਾਂ ਤਾਂ ਜੋ ਮੇਰੇ ਮਨ 'ਚ ਜਿਵੇਂ ਜਿਵੇਂ ਆਈ ਗਈ ਗੱਲ ਆਪਾਂ ਕਰਦੇ ਗਏ।